ਅਸੀਂ ਬੇਸਿਕਲੀ ਪੰਜਾਬੀ ਲਈ ਅਸੀਂ ਲੈ ਕੇ ਆਏ ਹੈਗੇ ਆ ਜਿਹੜਾ ਵਿਧਾਨ ਸਭਾ ਦੇ ਵਿੱਚ ਉਹਦੀ ਅਮੈਂਡਮੈਂਟ ਕੀਤੀ ਆ ਔਰ ਉਸ ਅਮੈਂਡਮੈਂਟ ਨੂੰ ਇੰਪਲੀਮੈਂਟ ਕਰਨ ਲਈ ਅਸੀਂ ਕਮਿਸ਼ਨ ਬਣਾ ਰਹੇ ਹਾਂ ਔਰ ਤਾਂ ਕਿ ਉਹ ਕਮਿਸ਼ਨ ਜਿਹੜਾ ਆ ਉਹ ਹਰ ਲੈਵਲ ਤੇ ਕੰਮ ਕਰੂਗਾ। ਮੈਂ ਪੰਜਾਬ ਦੀ ਐਜੂਕੇਸ਼ਨ ਬਾਰੇ ਸੋਚਦਾ ਕਿ ਸਾਡੇ ਕੋਲ ਬੇਸਿਕਲੀ ਅੱਜ ਵੀ ਐਜੂਕੇਸ਼ਨ ਦੇ ਵਿੱਚ ਸਾਡੇ ਕੋਲ 24 ਬੱਚਿਆਂ ਮਗਰ ਇੱਕ ਟੀਚਰ ਅਵੇਲੇਬਲ ਆ, ਲੇਕਿਨ ਐਡਮਿਨਿਸਟ੍ਰੇਟਿਵਲੀ ਗਲਤੀਆਂ ਪਿਛਲੇ ਸਮੇਂ 'ਚ ਹੋਈਆਂ ਆ ਔਰ ਜਿੰਨੇ ਇਹ ਧਰਨੇ ਆ ਜਿੰਨੇ ਇਹ ਜਥੇਬੰਦੀਆਂ ਬਣੀਆਂ ਹੋਈਆਂ ਇਹ ਪਿਛਲੇ 20-25 ਸਾਲਾਂ 'ਚ ਪਾਈਲ ਅਪ ਹੋਈਆਂ, ਇਹ ਅੱਜ ਓਵਰਨਾਈਟ ਨਹੀਂ ਹੋਈਆਂ। ਸਪੋਰਟਸ ਤੇ ਐਜੂਕੇਸ਼ਨ ਇੱਕ ਲੌਂਗ ਟਰਮ ਦਾ ਕੰਮ ਹੈ। ਆਪਾਂ ਕਹੀਏ ਵੀ ਇਹਨੂੰ ਓਵਰਨਾਈਟ ਆਪਾਂ ਠੀਕ ਕਰ ਲਾਂਗੇ, ਇਹ ਪੋਸੀਬਲ ਨਹੀਂ ਹੈਗਾ। ਅਜੀਤ ਵੈਬ ਟੀਵੀ ਵੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਨਵਾਂਸ਼ਹਿਰ ਤੋਂ ਪੱਤਰਕਾਰ ਗੁਰਬਖਸ਼ ਸਿੰਘ ਮਹੇ। ਇਸ ਵੇਲੇ ਅਸੀਂ ਮੌਜੂਦ ਹਾਂ ਨਵਾਂਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਜਿਸ ਦਾ ਉਦਘਾਟਨ ਕਰਨ ਲਈ ਸਰਦਾਰ ਪ੍ਰਗਟ ਸਿੰਘ ਜੀ ਸਿੱਖਿਆ ਮੰਤਰੀ ਅੱਜ ਵਿਸ਼ੇਸ਼ ਤੌਰ ਤੇ ਇੱਥੇ ਪਧਾਰੇ ਆ। ਉਹਨਾਂ ਵੱਲੋਂ ਇਹ ਸਮਾਰਟ ਸਕੂਲ ਦਾ ਜਿਹੜਾ ਉਦਘਾਟਨ ਕੀਤਾ ਜਾ ਰਿਹਾ। ਮੈਂ ਦੱਸਵਾਂ ਪਿਛਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ 66 ਲੱਖ ਰੁਪਈਆ ਜਿਹੜਾ ਇਹ ਸਕੂਲ ਦੇ ਇੱਧਰ ਜਿਹੜੀ ਇਮਾਰਤ ਬਣੀ ਆ ਇਹਦੇ ਵਾਸਤੇ ਦਿੱਤਾ ਗਿਆ ਸੀ, ਜਿਹਦੇ ਵਿੱਚ 5800 ਸਕੁਅਰ ਫੁੱਟ ਜਿਹੜਾ ਉਹ ਏਰੀਆ ਤਿਆਰ ਹੋਣਾ ਸੀ। ਪਰ ਸਕੂਲ ਪ੍ਰਿੰਸੀਪਲ ਸਾਹਿਬ ਸਰਦਾਰ ਸਰਬਜੀਤ ਸਿੰਘ ਜੀ ਤੇ ਸਾਡੇ ਜਿਹੜੇ ਲੋਕਲ ਪ੍ਰਸ਼ਾਸਨਿਕ ਅਧਿਕਾਰੀ ਆ ਤੇ ਉਹਨਾਂ ਦੇ ਯਤਨਾਂ ਸਦਕਾ 6600 ਦੀ ਬਜਾਏ 8100 ਸਕੁਅਰ ਫੁੱਟ ਜਿਹੜਾ ਆ ਉਹ ਏਰੀਆ ਤਿਆਰ ਕੀਤਾ ਗਿਆ ਤੇ ਅੱਗੇ 4.5 ਕਰੋੜ ਰੁਪਈਆ ਸਰਕਾਰ ਵੱਲੋਂ ਹੋਰ ਤਿਆਰ ਜਿਹੜਾ ਗ੍ਰਾਂਟ ਦਿੱਤੀ ਗਈ ਹੈ, ਜਿਹਦੇ ਨਾਲ ਥੱਲੇ ਬੇਸਮੈਂਟ ਇੱਧਰ ਤਿਆਰ ਕੀਤੀ ਜਾ ਰਹੀ ਆ, ਉਹਦੇ ਉੱਪਰ 3 ਮੰਜ਼ਿਲਾਂ ਤਿਆਰ ਕੀਤੀਆਂ ਜਾ ਰਹੀਆਂ, ਜਿਹਦੇ ਉਦਘਾਟਨ ਕਰਨ ਲਈ ਸਰਦਾਰ ਪ੍ਰਗਟ ਸਿੰਘ ਜੀ ਇੱਥੇ ਪਹੁੰਚੇ ਆ। ਅਸੀਂ ਜਾਣਕਾਰੀ ਲਵਾਂਗੇ ਕਿ ਅਗਲੀਆਂ ਯੋਜਨਾਵਾਂ ਜਿਹੜੀਆਂ ਉਹ ਕੀ ਕਰ ਰਹੇ ਆ ਤੇ ਇੱਥੇ ਜ਼ਿਲ੍ਹੇ ਵਾਸਤੇ ਹੋਰ ਕੀ ਕੀਤਾ ਜਾ। ਟੀਚਰਾਂ ਦੀ ਘਾਟ ਹੈ ਜਿਹੜੀ, ਪੰਜਾਬੀ ਦੇ ਅਧਿਆਪਕਾਂ ਦੀ ਵੀ ਘਾਟ ਆ, ਹੋਰ ਵੀ ਜਿਹੜੇ 94 ਪੋਸਟਾਂ ਇੱਥੇ 52 ਖਾਲੀ ਆ, ਉਹਨਾਂ ਬਾਰੇ ਵੀ ਅਸੀਂ ਮੰਤਰੀ ਸਾਹਿਬ ਤੋਂ ਜਵਾਬ ਲਵਾਂਗੇ। ਇਹ ਸਕੂਲ ਹੈ, ਇਹ ਲਗਭਗ ਗਵਰਨਮੈਂਟ 6 ਕਰੋੜ ਰੁਪਈਆ ਇਹਦੇ ਤੇ ਖਰਚ ਕਰ ਰਹੀ ਹੈ, ਲੇਕਿਨ ਮੈਂ ਸਮਝਦਾ ਕਿ ਇਹ ਸਾਰੇ ਐਫਰਟ ਜਿਹੜੇ ਆ ਇੱਥੋਂ ਦੇ ਸਟਾਫ ਦੇ ਔਰ ਸਾਡੇ ਐਮਐਲਏ ਅੰਗਦ ਔਰ ਜਿੰਨੀ ਕੁਆਲਿਟੀ ਐਜੂਕੇਸ਼ਨ ਖਾਸ ਕਰਕੇ ਇੱਥੋਂ ਦੇ ਪ੍ਰਿੰਸੀਪਲ ਔਰ ਪੂਰੇ ਸਟਾਫ ਨੇ ਮਿਹਨਤ ਕੀਤੀ ਆ। ਦੇਖੋ, ਨੇਸ਼ਨ ਨੂੰ ਬਿਲਡਅਪ ਕਰਨ ਲਈ ਤਾਂ ਟੀਚਰ ਦਾ ਬਹੁਤ ਵੱਡਾ ਰੋਲ ਹੈ ਔਰ ਉਹ ਜਿਹੜਾ ਰੋਲ ਹੈ ਉਹ ਸਾਨੂੰ ਸਾਰਿਆਂ ਨੂੰ ਜਿਹੜਾ ਨਿਭਾਉਣਾ ਵੀ ਚਾਹੀਦਾ ਔਰ ਨਿਭਾ ਵੀ ਰਿਹਾ। ਜਿੱਥੋਂ ਤੱਕ ਸਰਕਾਰ ਦੀ ਗੱਲ ਹੈ ਕਿ ਇੱਥੇ ਲਗਭਗ ਆਉਣ ਵਾਲੇ ਸਮੇਂ ਦੇ ਵਿੱਚ 3500 ਬੱਚੇ ਜਿਹੜੇ ਆ ਉਹ ਇੱਥੇ ਐਜੂਕੇਸ਼ਨ ਲੈਣਗੇ। ਇਸ ਕਰਕੇ ਹੀ ਆ ਕਿਉਂਕਿ ਇਹਦੇ ਵਿੱਚ ਕਈ ਵਾਰੀ ਸਾਨੂੰ ਇੰਗਲਿਸ਼ ਦਾ ਬੜਾ ਝਾਕਾ ਜਿਹਾ ਪੈਂਦਾ ਹੈਗਾ। ਇਸ ਸਕੂਲ ਦੇ ਵਿੱਚ 1100 ਬੱਚੇ ਜਿਹੜੇ ਆ ਇੰਗਲਿਸ਼ ਮੀਡੀਅਮ ਦੇ ਵੀ ਹੈਗੇ ਆ ਔਰ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਨਵੇਂ ਸ਼ਹਿਰ ਲਈ ਉਪਲਬਧੀ ਆ ਔਰ ਮੈਂ ਜਿੱਥੇ ਮੁਬਾਰਕਬਾਦ ਦਿੰਦਾ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਇਹਨਾਂ ਦਾ ਧੰਨਵਾਦ ਵੀ ਕਰਦਾ। ਔਰ ਇਸੇ ਤਰ੍ਹਾਂ ਹੀ ਕਿਉਂਕਿ ਰੋਲ ਮਾਡਲ ਜਿਹੜੇ ਟੀਚਰ ਹੁੰਦੇ ਆ, ਰੋਲ ਮਾਡਲ ਲੀਡਰਸ ਹੁੰਦੇ ਆ, ਸੋ ਆਪਾਂ ਸਾਰੇ ਇਹਨਾਂ ਬੱਚਿਆਂ ਨੂੰ ਅੱਗੇ ਦੇਖੀਏ ਤਾਂ ਕਿ ਆਉਣ ਵਾਲਾ ਸਮਾਂ ਸਾਡਾ ਜਿਹੜਾ ਬੱਚੇ ਜਿਹੜੇ ਉਹ ਚੰਗੇ ਪਾਸੇ ਨੂੰ ਜਾ ਸਕਣ। ਦੇਖੋ, ਜਿਹੜੀ ਐਜੂਕੇਸ਼ਨ ਆ ਔਰ ਹੈਲਥ ਆ, ਇਹ 2 ਸੈਕਟਰ ਆ ਜਿਹਦੇ ਤੇ ਸਾਨੂੰ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ ਕਿਉਂਕਿ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹਨੂੰ ਸਮੇਂ ਦਾ ਹਾਣੀ ਬਣਾਉਣਾ, ਉਹਨੂੰ ਇੰਪਲੋਏਬਿਲਿਟੀ ਤੱਕ ਲੈ ਕੇ ਜਾਣਾ। ਔਰ ਮੈਂ ਜਾਣ ਬੁੱਝ ਕੇ ਮਹਿਕਮਾ ਲਿਆ, ਬਹੁਤੇ ਸੱਚੀ ਗੱਲ ਆ, ਪੋਲੀਟੀਕਲ ਬੰਦੇ ਅਸਪਾਇਰ ਨਹੀਂ ਕਰਦੇ ਵੀ ਸਾਨੂੰ ਐਜੂਕੇਸ਼ਨ, ਬਟ ਅਸੀਂ ਜੇ ਮੈਂ ਕਹਿੰਦਾ ਭਾਵੇਂ ਸੜਕਾਂ ਘੱਟ ਬਣਾ ਲਈਏ ਲੇਕਿਨ ਐਜੂਕੇਸ਼ਨ ਤੇ ਸਪੈਂਡ ਕਰਨ ਦੀ ਜ਼ਰੂਰਤ ਹੈ, ਉਹਨੂੰ ਸਮੇਂ ਦਾ ਹਾਣੀ ਬਣਾਉਣ ਦੀ ਜ਼ਰੂਰਤ ਹੈ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਉਹਨੂੰ ਅਸੀਂ ਜੋ ਅੱਜ ਦੀ ਟੈਕਨੋਲੋਜੀ ਆ, ਕਿਉਂਕਿ ਪਿਛਲੇ 500 ਸਾਲ ਦੇ ਵਿੱਚ ਉਨੀਆਂ ਚੇਂਜਸ ਨਹੀਂ ਆਈਆਂ ਜਿੰਨੀਆਂ ਪਿਛਲੇ 25-30 ਸਾਲਾਂ ਦੇ ਵਿੱਚ ਆਈਆਂ। 2264 ਬੱਚੇ ਇੱਥੇ, 94 ਪੋਸਟਾਂ ਤੇ 52 ਖਾਲੀ ਆ। ਬਦਕਿਸਮਤੀ ਹੈ ਸ਼ਹੀਦ ਭਗਤ ਸਿੰਘ ਨਗਰ ਦਾ ਜ਼ਿਲ੍ਹਾ ਇਹ ਤੇ ਇੱਥੇ ਪੰਜਾਬੀ ਦਾ ਇੱਕ ਹੀ ਲੈਕਚਰ ਆ ਰਿਹਾ। ਦੇਖੋ, ਇਸ ਮਹਿਕਮੇ ਦੀਆਂ ਪ੍ਰੋਬਲਮਸ ਬਹੁਤ ਆ, ਇਹਦੇ 'ਚ ਕੋਈ ਦੋ ਰਾਮਾ ਨਹੀਂ। ਸਰ, ਹੱਲ ਕਿਹਨੇ ਕਰਨੀ ਹੈ ਜੀ? ਮੈਂ ਕਹਿਣ ਡਿਆ, ਮੈਨੂੰ ਤਾਂ ਹਜੇ 35 ਦਿਨ ਹੋਏ ਆ। ਮੈਂ ਪੰਜਾਬ ਦੀ ਐਜੂਕੇਸ਼ਨ ਬਾਰੇ ਸੋਚਦਾ ਕਿ ਸਾਡੇ ਕੋਲ ਬੇਸਿਕਲੀ ਅੱਜ ਵੀ ਐਜੂਕੇਸ਼ਨ ਦੇ ਵਿੱਚ ਸਾਡੇ ਕੋਲ 24 ਬੱਚਿਆਂ ਮਗਰ ਇੱਕ ਟੀਚਰ ਅਵੇਲੇਬਲ ਆ, ਲੇਕਿਨ ਐਡਮਿਨਿਸਟ੍ਰੇਟਿਵਲੀ ਗਲਤੀਆਂ ਪਿਛਲੇ ਸਮੇਂ 'ਚ ਹੋਈਆਂ ਆ ਔਰ ਜਿੰਨੇ ਇਹ ਧਰਨੇ ਆ ਜਿੰਨੇ ਇਹ ਜਥੇਬੰਦੀਆਂ ਬਣੀਆਂ ਹੋਈਆਂ ਇਹ ਪਿਛਲੇ 20-25 ਸਾਲਾਂ 'ਚ ਪਾਈਲ ਅਪ ਹੋਈਆਂ, ਇਹ ਅੱਜ ਓਵਰਨਾਈਟ ਨਹੀਂ ਹੋਈਆਂ। ਸਪੋਰਟਸ ਤੇ ਐਜੂਕੇਸ਼ਨ ਇੱਕ ਲੌਂਗ ਟਰਮ ਦਾ ਕੰਮ ਹੈ। ਆਪਾਂ ਕਹੀਏ ਵੀ ਇਹਨੂੰ ਓਵਰਨਾਈਟ ਆਪਾਂ ਠੀਕ ਕਰ ਲਾਂਗੇ, ਇਹ ਪੋਸੀਬਲ ਨਹੀਂ ਹੈਗਾ, ਲੇਕਿਨ ਯੈਸ ਮੈਂ ਇਹਨਾਂ ਦਿਨਾਂ ਦੇ ਵਿੱਚ ਇਹਦਾ ਇੱਕ ਰੋਡ ਮੈਪ ਜ਼ਰੂਰ ਤਿਆਰ ਕਰਕੇ ਉਹਨੂੰ ਸਿੱਧੇ ਪਾਸੇ ਨੂੰ ਤੋਰ ਦਈਏ
ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਬਟ ਯੈਸ ਐਜੂਕੇਸ਼ਨ ਦੇ ਉੱਤੇ ਖਾਸ ਕਰਕੇ ਸਕੂਲ ਐਜੂਕੇਸ਼ਨ ਤੇ ਹਾਇਰ ਐਜੂਕੇਸ਼ਨ ਦੇ ਉੱਤੇ ਸਾਨੂੰ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ। ਇਹਦੇ ਤੇ ਬਹੁਤ ਸਪੈਂਡਿੰਗ ਕਰਨ ਦੀ ਜ਼ਰੂਰਤ ਆ, ਤਾਂ ਕਿ ਸਾਡਾ ਜਿਹੜਾ ਬੱਚਾ ਆ ਉਹ ਸਮੇਂ ਦਾ ਹਾਣੀ ਹੋ ਕੇ ਤੇ ਉਹ ਅੱਗੇ ਵਧੇ। ਸਰ ਪਲਾਨਿੰਗ ਜ਼ਮੀਨ ਤੇ ਕਦੋਂ ਆਊਗੀ? ਯਾਰ ਇਹ ਜ਼ਮੀਨ ਤੇ ਨਹੀਂ ਆਈ, ਜ਼ਮੀਨ ਤੇ ਨਹੀਂ ਆ ਜੇ ਇਹਦੇ ਲਈ ਕੋਈ ਨਹੀਂ ਜੇ ਇਹਦੇ ਲਈ 6 ਕਰੋੜ ਰੁਪਈਆ ਸਰਕਾਰ ਜੇ ਇਸ ਸਕੂਲ ਤੇ ਲਾ ਰਹੀ ਆ, ਇਹਦਾ ਮਤਲਬ ਇਹ ਹੋਇਆ ਕਿ ਕਿਤੇ ਨਾ ਕਿਤੇ ਇਹਦੀ ਐਗਜ਼ੀਕਿਊਸ਼ਨ ਹੋ ਰਹੀ ਆ। ਲੇਕਿਨ ਜਿੱਥੋਂ ਤੱਕ ਟੀਚਰ ਦੀ ਸਵਾਲ ਹੈਗਾ, ਇਹਨੂੰ ਭਰਤੀ ਕਰਨ ਦਾ ਸਵਾਲ ਹੈ, ਸਾਡੇ 3 ਜਾਂ 4 ਜਿਹੜੇ ਆ ਅਲੱਗ-ਅਲੱਗ ਭਰਤੀਆਂ ਜਿਹੜੀਆਂ ਹਾਈ ਕੋਰਟ ਨੇ ਸਟਕ ਕੀਤੀਆਂ ਹੋਈਆਂ, ਹਾਈ ਕੋਰਟ ਨੇ ਰੋਕੀਆਂ ਹੋਈਆਂ। ਇੱਕ 29 ਤਰੀਕ ਹੈ ਹੁਣ, ਇੱਕ 2 ਦਸੰਬਰ ਹੈ, ਇੱਕ ਥੋੜ੍ਹੇ ਦਿਨ ਹੋਏ ਆ ਸਾਡੀ 23-64 ਟੀਚਰਾਂ ਦੀ ਭਰਤੀ ਸੀ, ਉਹਨੂੰ ਸਟਕ ਡਾਊਨ ਕਰ ਦਿੱਤਾ ਹਾਈ ਕੋਰਟ ਨੇ ਵਿਦ ਵੇਰੀਅਸ ਰੀਜ਼ਨਸ, ਕਿਉਂਕਿ ਹਾਈ ਕੋਰਟਾਂ ਵੀ ਆਪਣਾ ਚਲੋ ਡੋਮੇਨ ਦੇ ਵਿੱਚ ਕੰਮ ਕਰਦੀਆਂ ਹੈਗੀਆਂ। ਸੋ ਦੇਰ ਆਰ ਨੰਬਰ ਆਫ ਇਸ਼ੂਜ਼, ਕਿਉਂਕਿ ਸਾਡੇ 20,000 ਇਹ ਟੀਚਰ ਹੈ ਔਰ 15,000 ਟੀਚਰ ਅਸੀਂ ਹੋਰ ਪ੍ਰੋਸੈਸ ਦੇ ਵਿੱਚ ਹੈਗੇ, ਤਾਂ ਕਿ ਅਸੀਂ ਹੋਰ ਭਰਤੀ ਕਰਕੇ ਤੇ ਜਿਹੜਾ 35,000 ਟੀਚਰ ਆ, ਜਿੰਨਾ ਗੈਪ ਹੈਗਾ। ਲੇਕਿਨ ਆਉਣ ਵਾਲੇ ਸਮੇਂ 'ਚ ਅਸੀਂ ਇਹ ਨਹੀਂ ਕਰ ਸਕਦੇ। ਹੋਇਆ ਕੀ ਆ, ਪਿਛਲੇ ਸਮਿਆਂ ਦੇ ਵਿੱਚ ਹਰ ਪਿੰਡ ਦੇ ਵਿੱਚ ਅਸੀਂ ਸਕੂਲ ਖੋਲ੍ਹ ਲਿਆ। ਜੇ ਸਕੂਲ ਦੇ ਵਿੱਚ 10 ਬੱਚੇ ਵੀ ਆ, ਜੇ ਸਕੂਲ ਦੇ ਵਿੱਚ 20 ਬੱਚੇ ਵੀ ਆ, ਅਸੀਂ ਕੁਆਲਿਟੀ ਐਜੂਕੇਸ਼ਨ ਉੱਥੇ ਨਹੀਂ ਦਿੱਤੀ ਜਾ ਸਕਦੀ। ਇਹ ਦੁਨੀਆ ਦੇ ਉੱਤੇ ਫਿਨੋਮੀਨਾ ਹੈਗਾ। ਲੇਕਿਨ ਇਹ ਆ ਕਿ ਉਹਨੂੰ ਕਲੱਬ ਕਰਕੇ ਉਹਨੂੰ ਅਸੀਂ ਬੇਸਿਕਲੀ ਜੇ 5 ਤੋਂ 7 ਕਿਲੋਮੀਟਰ ਰੇਡੀਅਸ ਦੇ ਵਿੱਚ, ਉਹਦੇ ਨਾਲ 2 ਫਾਇਦੇ ਹੁੰਦੇ ਆ, ਕਿਉਂਕਿ ਜਿਹੜੇ ਕਈ ਵਾਰੀ ਛੋਟੇ ਪਿੰਡ ਹੁੰਦੇ ਆ ਉਹਨਾਂ ਦਾ ਥਾਟ ਪ੍ਰੋਸੈਸ ਬੱਚਿਆਂ ਦਾ ਉਸ ਪਿੰਡ ਤੋਂ ਬਾਹਰ ਨਹੀਂ ਜਾਂਦਾ। ਲੇਕਿਨ ਜੇ 5-7 ਪਿੰਡਾਂ ਦੇ ਬੱਚੇ ਇਕੱਠੇ ਹੋ ਕੇ ਪੜ੍ਹਨਗੇ ਤਾਂ ਉਹਨਾਂ ਦਾ ਥਾਟ ਪ੍ਰੋਸੈਸ ਵੀ ਡਿਵੈਲਪ ਹੋਊਗਾ, ਉਹ ਵਾਈਡਰ ਵਿਜ਼ਨ ਹੋਊਗਾ ਉਹਨਾਂ ਦਾ, ਇਸ ਕਰਕੇ ਉਹ ਅੱਗੇ ਵਧਣਗੇ। ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀ ਕੀਤਾ ਜਾਵੇ? ਅਸੀਂ ਬੇਸਿਕਲੀ ਪੰਜਾਬੀ ਲਈ ਅਸੀਂ ਲੈ ਕੇ ਆਏ ਹੈਗੇ ਆ, ਜਿਹੜਾ ਵਿਧਾਨ ਸਭਾ ਦੇ ਵਿੱਚ ਉਹਦੀ ਅਮੈਂਡਮੈਂਟ ਕੀਤੀ ਆ, ਔਰ ਉਸ ਅਮੈਂਡਮੈਂਟ ਨੂੰ ਇੰਪਲੀਮੈਂਟ ਕਰਨ ਲਈ ਅਸੀਂ ਕਮਿਸ਼ਨ ਬਣਾ ਰਹੇ ਹਾਂ, ਔਰ ਤਾਂ ਕਿ ਉਹ ਕਮਿਸ਼ਨ ਜਿਹੜਾ ਆ ਉਹ ਹਰ ਲੈਵਲ ਤੇ ਕੰਮ ਕਰੂਗਾ, ਔਰ ਜਿੱਥੇ ਵੀ ਪਨਿਸ਼, ਔਰ ਉਹਦੇ ਨਾਲ ਅਸੀਂ ਪੰਜਾਬੀ ਯੂਨੀਵਰਸਿਟੀ ਨਾਲ ਟਾਈ ਅਪ ਕਰ ਰਹੇ ਹਾਂ, ਤਾਂ ਕਿ ਇਹਦੀ ਜਿਹੜੀ ਸਾਰੀ ਵਰਕਿੰਗ ਹੈ ਉਹ ਪੰਜਾਬੀ ਦੇ ਵਿੱਚ ਹੋ ਸਕੇ। ਤੁਹਾਡੀ ਇਨਫੋਰਮੇਸ਼ਨ ਲਈ ਪਿਛਲੇ 5 ਤੋਂ 7 ਸਾਲਾਂ ਦੇ ਵਿੱਚ 1000 ਬੱਚਾ ਜਿਹੜਾ ਆ ਉਹ PCS ਦੇ ਵਿੱਚ ਅਪੀਅਰ ਹੋਇਆ, ਜਿਹਦੇ ਵਿੱਚੋਂ ਸਿਰਫ 100 ਬੱਚੇ ਨੇ ਪੰਜਾਬੀ ਨੂੰ ਆਪਟ ਕੀਤਾ, ਔਰ ਉਹਦੇ ਵਿੱਚੋਂ 90 ਬੱਚੇ ਜਿਹੜੇ ਉਹ ਫੇਲ ਹੋਏ ਹੈਗੇ। ਇਹਦਾ ਮਤਲਬ ਇਹ ਹੋਇਆ ਵੀ ਥੱਲੜੇ ਲੈਵਲ ਤੇ ਪੰਜਾਬੀ ਜਿਹੜੀ ਜ਼ੁਬਾਨ ਹੈ ਉਹਦੇ ਤੇ ਬਹੁਤ ਜ਼ਿਆਦਾ ਕੰਮ ਨਹੀਂ ਹੋਇਆ, ਉਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈ। ਹੁਣ ਤੁਸੀਂ ਮੈਨੂੰ ਅਗਲਾ ਸਵਾਲ ਇਹ ਪੁੱਛਣਾ ਹੈਗਾ ਵੀ ਹਾਂ ਵੀ ਤੁਸੀਂ ਕੀ ਕਰ ਰਹੇ ਹੋ। ਦੇਖੋ, ਇਹ ਸਟੈਪਸ ਜਿਹੜੇ ਆ ਇਹ ਹੌਲੀ ਹੁੰਦੇ ਆ। ਕਿਸੇ ਚੀਜ਼ ਦਾ ਜੇ ਪਿਛਲੇ 75 ਸਾਲਾਂ 'ਚ ਅਸੀਂ ਜੋ ਕੀਤਾ ਹੈਗਾ ਉਹਦਾ ਖਮਿਆਜਾ ਜਿਹੜਾ ਹੁਣ ਕਈਆਂ ਚੀਜ਼ਾਂ 'ਚ ਚੰਗਾ ਵੀ ਹੋਇਆ, ਕਈਆਂ ਚੀਜ਼ਾਂ 'ਚ ਮਾੜਾ ਵੀ ਹੋਇਆ। ਇਹਨੂੰ ਆਪਾਂ ਅੱਧਾ ਗਲਾਸ ਖਾਲੀ ਵੀ ਦੇਖ ਸਕਦੇ ਹਾਂ, ਅੱਧਾ ਭਰਿਆ ਹੋਇਆ ਵੀ ਦੇਖ ਸਕਦੇ ਹਾਂ। ਸੋ ਲੈਟ ਅਸ ਬੀ ਪੋਜ਼ਿਟਿਵ, ਆਪਾਂ ਪੋਜ਼ਿਟਿਵ ਹੋ ਕੇ ਜਿਹੜੀ ਆ ਜ਼ਿੰਦਗੀ ਨੂੰ ਅੱਗੇ ਲਿਜਾ ਸਕਦੇ ਹਾਂ। ਮੰਨ ਲਓ ਕੋਈ ਕਹਿੰਦਾ ETT ਹੋਣਾ ਚਾਹੀਦਾ, ਕੋਈ ਕਹਿੰਦਾ ਨਹੀਂ ਹੋਣਾ ਚਾਹੀਦਾ, ਕੋਈ ਕਹਿੰਦਾ ਵੀ ਏਜ ਇੰਨੀ ਹੋਣੀ ਚਾਹੀਦੀ ਆ, ਕੋਈ ਕਹਿੰਦਾ ਏਜ ਇੰਨੀ ਹੋਣੀ ਚਾਹੀਦੀ। ਹੁਣ ਮੰਨ ਲਓ ਜਿਹੜੀ ਸਾਡੀ ਭਰਤੀ ਸਟਕ ਡਾਊਨ ਹੋਈ ਆ, ਉਹਦੇ ਵਿੱਚ 150 ਬੰਦੇ ਨੇ ਰਿਟ ਪਾਈ ਸੀਗੀ, ਉਹ ਅਲਟੀਮੇਟਲੀ ਤਾਂ ਇਹਨਾਂ ਦੀ ਕੈਟਾਗਰੀ 'ਚ ਹੋਈ ਆ ਨਾ, ਕਿਉਂਕਿ ਮੈਂ ਤਾਂ ਇਹਨਾਂ ਨੂੰ ਇਹ ਕਿਹਾ ਵੀ ਤੁਸੀਂ ਸਾਰੀਆਂ ਜਥੇਬੰਦੀਆਂ ਪਹਿਲਾਂ ਆਪਣਾ ਸੁਲਝਾ ਲਓ, ਫਿਰ ਮੈਨੂੰ ਦੱਸ ਦਿਓ, ਕਿਉਂਕਿ ਜਿਹੜਾ ਇੰਟਰ ਕਨਫਲਿਕਟ ਹੁੰਦਾ ਉਹਦੇ ਵਿੱਚੋਂ ਫਿਰ ਇੱਕ ਬੰਦੇ ਨੇ ਤਾਂ ਨਾਰਾਜ਼ ਹੋਣਾ ਹੀ ਆ। ਇਹ ਤਾਂ ਨਹੀਂ ਹੋ ਸਕਦਾ। ਟਾਈਮ ਟੂ ਟਾਈਮ ਸਰਕਾਰਾਂ ਨੇ ਡਿਸੀਜਨ ਚੰਗੇ ਵੀ ਲਏ ਆ, ਮਾੜੇ ਵੀ ਲਏ ਆ, ਮੈਂ ਨਹੀਂ ਕਹਿੰਦਾ, ਮੈਂ ਉਹਨੂੰ ਕ੍ਰਿਟੀਸਾਈਜ਼ ਨਹੀਂ ਕਰਦਾ, ਬਟ ਐਟ ਦਾ ਸੇਮ ਟਾਈਮ ਉਹਨੂੰ ਚੰਗੇ ਪਾਸੇ ਨੂੰ ਲੈਟ ਅਸ, ਆਪਾਂ ਪੋਜ਼ਿਟਿਵ ਪਾਸੇ ਨੂੰ ਤੁਰੀਏ। ਇਮਾਨਦਾਰੀ ਦੀਆਂ ਮੁੱਢਲੀਆਂ ਸਭਾ ਦੇ ਵਿੱਚ ਤੁਹਾਡਾ ਨਾਂ ਰਿਹਾ, ਤੁਸੀਂ 66 ਲੱਖ ਰੁਪਈਆ ਦਿੱਤਾ ਸੀ ਇੱਥੇ ਦੇ 5800 ਸਕੁਅਰ ਫੁੱਟ ਤਿਆਰ ਕਰਨ ਲਈ, ਪਰ ਇਹਨਾਂ ਨੇ 8100 ਸਕੁਅਰ ਫੁੱਟ ਤਿਆਰ ਕਰਤਾ। ਕਿਸ ਨਜ਼ਰੀਏ ਨਾਲ ਦੇਖਦੇ? ਮੈਂ ਕਹਿੰਦਾ ਇਹੋ ਜਿਹੇ ਜਿਹੜੇ ਪ੍ਰਿੰਸੀਪਲ ਆ, ਇਹੋ ਜਿਹੇ ਟੀਚਰਸ ਆ, ਦੇਖੋ ਪੰਜਾਬ ਕਿਸੇ ਦਾ ਇਕੱਲੇ ਦਾ ਨਹੀਂ, ਪੰਜਾਬ ਉਸ ਛੋਟੇ ਤੋਂ ਛੋਟੇ ਮੁਲਾਜ਼ਮ ਤੋਂ ਲੈ ਕੇ ਚੀਫ ਮਿਨਿਸਟਰ ਤੱਕ ਦਾ ਪੰਜਾਬ ਹੈ। ਹਰ ਉਸ ਬਸ਼ਿੰਦੇ ਦਾ ਪੰਜਾਬ ਹੈ ਜਿਹੜਾ ਪੰਜਾਬ ਦੇ ਵਿੱਚ ਰਹਿੰਦਾ ਹੈਗਾ। ਕਰਪਸ਼ਨ ਹੈਗੀ ਆ, ਲੇਕਿਨ ਇਹੋ ਜਿਹੇ ਇਮਾਨਦਾਰ ਐਗਜ਼ਾਮਪਲਰੀ ਵੀ ਹੈਗੇ ਆ ਜਿਹੜੇ ਕਿ ਪੰਜਾਬ ਨੂੰ ਚੰਗੇ ਪਾਸੇ ਨੂੰ ਲੈ ਕੇ ਜਾਂਦੇ ਆ। ਸੋ ਮੈਂ ਇਸੇ ਕਰਕੇ ਕਹਿੰਦਾ ਨਾ ਵੀ ਆਪਾਂ ਅੱਧਾ ਗਲਾਸ ਭਰਿਆ ਦੇਖੀਏ ਤਾਂ ਖਾਲੀ ਨਾ ਦੇਖੀਏ। ਬਹੁਤ ਚੰਗੇ ਲੋਕ ਹੈਗੇ ਆ, ਜਿੰਨੇ ਟੀਚਰ ਹੈ ਇਹਨਾਂ ਤੇ ਇਹੀ ਬੇਸਿਕਲੀ ਮੈਨੂੰ ਆਪਣੇ ਬਚਪਨ ਦਾ ਯਾਦ ਹੈਗਾ। ਜਦੋਂ ਮੈਂ ਸਕੂਲੇ ਜਾਂਦਾ ਸੀ, ਟਾਟ ਤੇ ਬੈਠਦਾ ਸੀ, ਆਪਣੀ ਬੋਰੀ ਲੈ ਕੇ ਜਾਂਦਾ ਸੀ, ਉਹਦੇ ਵਿੱਚ ਜਿਹੜੇ ਟੀਚਰ ਆ ਉਹ ਅੱਜ ਵੀ ਮੈਂ ਉਹਨਾਂ ਨੂੰ ਭੁਲਾ ਨਹੀਂ ਸਕਦਾ। ਜੋ ਮੈਂ ਅੱਜ ਬਣਿਆ ਹੈਗਾ ਉਹਨਾਂ ਦੀ ਬਦੌਲਤ ਬਣਿਆ ਹੈਗਾ। ਇਸ ਕਰਕੇ ਇਹ ਬਿਲਡ ਅਪ ਕਰਦੇ ਆ। ਸਰ, ਪੰਜਾਬੀ ਦੇ ਟੀਚਰ ਘਾਟ ਕਦੋਂ ਪੂਰੀ ਕੀਤੀ ਜਾ ਸਕਦੀ? ਮੈਂ ਕਹਿਣ ਡਿਆ ਮੈਂ ਸਾਰੀ ਲਗਭਗ ਅਸੀਂ 15,000 ਪੋਸਟਾਂ ਹੋਰ ਕੱਢ ਰਹੇ ਹਾਂ।
ਵੀ ਤਾਂ ਕਿ ਜਿਹੜੇ ਵੀ ਸਬਜੈਕਟ ਦੀ ਘਾਟ ਆ ਉਹਨੂੰ ਅਸੀਂ ਪੂਰਾ ਕਰੀਏ। ਜਿਨ੍ਹਾਂ ਨੇ ਫਿਜ਼ੀਕਲ ਟ੍ਰੇਨਰ ਹੈਗੇ ਆ ਉਹਨਾਂ ਨੂੰ ਲਿਆ ਕੇ ਪਹਿਲਾਂ 500 ਸਕੂਲ ਤੋਂ ਸ਼ੁਰੂ ਕਰੀਏ, ਤਾਂ ਕਿ 500 ਫਿਜ਼ੀਕਲ ਐਜੂਕੇਸ਼ਨ ਟੀਚਰ ਜਿਹੜਾ ਉਹਨਾਂ ਨੂੰ ਪਹਿਲਾਂ ਟ੍ਰੇਨਡ ਕਰਕੇ, ਕਿਉਂਕਿ ਜਿਹੜਾ ਬੱਚੇ ਦੀ ਡਿਵੈਲਪਮੈਂਟ ਆ, ਚਾਹੇ ਉਹਦੇ ਫਿਜ਼ੀਕਲ ਪੈਰਾਮੀਟਰ ਆ ਚਾਹੇ ਉਹਦੇ ਮੈਂਟਲ ਪੈਰਾਮੀਟਰ ਆ, ਉਹ 0 ਤੋਂ ਲੈ ਕੇ 8 ਸਾਲ ਤੱਕ ਜਿਹੜਾ ਆ ਉਹਨਾਂ ਨੂੰ ਬਿਲਡਅਪ ਕੀਤਾ ਜਾ ਸਕਦਾ, ਉਹਦੇ ਤੋਂ ਬਾਅਦ ਕਰੈਕਸ਼ਨਸ ਕੀਤੀਆਂ ਜਾ ਸਕਦੀਆਂ। ਇਹਦਾ ਮਤਲਬ ਇਹ ਹੋਇਆ ਵੀ 0 ਤੋਂ ਲੈ ਕੇ 8 ਸਾਲ ਤੱਕ ਜਿਹੜਾ ਆ ਬੱਚੇ ਦੀ ਡਿਵੈਲਪਮੈਂਟ, ਚਾਹੇ ਫਿਜ਼ੀਕਲ ਹੈ ਚਾਹੇ ਮੈਂਟਲ ਆ, ਉਹਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ। ਇਹਦਾ ਮਤਲਬ ਸਾਨੂੰ ਪ੍ਰਾਇਮਰੀ ਵਿੰਗ ਜਿਹੜਾ ਆ ਉਹਨੂੰ ਸਟਰੈਂਥਨ ਕਰਨ ਦੀ ਜ਼ਰੂਰਤ ਹੈ, ਤਾਂ ਕਿ ਕਿਉਂਕਿ ਜਿਹੋ ਜਿਹੀਆਂ ਬੱਚੇ ਦੀਆਂ ਆਦਤਾਂ ਬਣ ਜਾਣਗੀਆਂ ਉਹੋ ਜਿਹਾ ਉਹ ਗਾਂ ਹੌਲੀ ਹੌਲੀ ਉਹ ਜਿਹੜਾ ਉਹ ਡਿਵੈਲਪ ਹੋ ਜਾਊਗਾ। ਸੋ ਉਹਦੇ ਤੇ ਕਰ ਰਹੇ ਕਾਲਜਸ ਦੇ ਵਿੱਚ ਡੈਫੀਨੇਟਲੀ ਮੈਸੇਜ ਚਲੇ ਗਿਆ ਹੈਗਾ। ਇਫ ਯੂ ਵਾਂਟ ਆਈ ਕੈਨ ਸੈਂਡ ਯੂ ਦਾ ਲੈਟਰ। ਆਲਰੇਡੀ ਗਵਰਨਮੈਂਟ ਨੇ ਡਿਸੀਜਨ ਲੈ ਲਿਆ ਕਿ ਕੋਈ ਵੀ ਐਡਵਾਂਸ ਜਿਹੜਾ ਬੱਚੇ ਕੋਲੋਂ ਪੈਸੇ ਨਹੀਂ ਲੈ ਜਾਣਗੇ। ਇਹ ਠੀਕ ਆ ਵੀ ਕਈ ਵਾਰੀ ਇੱਕਾ ਦੁੱਕਾ ਕਾਲਜ ਜਿਹੜੇ ਆ ਉਹ ਬੱਚਿਆਂ ਨੂੰ ਕਈ ਵਾਰੀ ਕਨਵੇ ਕਰਦੇ ਰਹਿੰਦੇ ਆ, ਬਟ ਐਜ਼ ਸੱਚ ਜਿਹੜੀ ਗਵਰਨਮੈਂਟ ਦੀ ਪਾਲਿਸੀ ਬੜੀ ਕਲੀਅਰ ਹੈ ਕਿ ਜਦੋਂ ਵੀ ਲੇਟਰ ਔਨ ਰੀਕੂਪ ਹੋਊਗਾ, ਜਦੋਂ ਪੈਸੇ ਰਿਕਵਰ ਹੋ ਜਾਣਗੇ, ਉਦੋਂ ਹੀ ਜਿਹੜਾ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਜਾਊ। ਥੈਂਕ ਯੂ। ਸੋ ਇਹ ਸਨ ਸਿੱਖਿਆ ਮੰਤਰੀ ਪੰਜਾਬ ਸਰਦਾਰ ਪ੍ਰਗਟ ਸਿੰਘ ਜੀ, ਜਿਨ੍ਹਾਂ ਨੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਆ ਅਸਾਮੀਆਂ ਬਾਰੇ ਜਾਂ ਹੋਰ ਖਾਮੀਆਂ ਬਾਰੇ। ਅੱਜ ਲਈ ਸਿਰਫ ਇੰਨਾ ਹੀ। ਮੈਨੂੰ ਨਵਾਂਸ਼ਹਿਰ ਤੋਂ ਪੱਤਰਕਾਰ ਗੁਰਬਖਸ਼ ਸਿੰਘ ਮਹੇ ਨੂੰ ਦਿਓ ਇਜਾਜ਼ਤ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਅਜੀਤ ਦੇ ਸਮੂਹ ਪਾਠਕਾਂ ਨੂੰ ਅਤੇ ਅਜੀਤ ਵੈਬ ਟੀਵੀ ਦੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।